ਸਕਦੇ ਜਿਹੜੇ ਅੱਜ ਆਪਣੇ ਆਪ ਨੂੰ ਇੱਥੇ ਪੰਥ ਤਹਿਸ਼ੀ ਅਕਾਲੀ ਦਲ ਦੇ ਪ੍ਰਧਾਨ ਸਮਝਦੇ ਫਿਰਦੇ ਆ, ਉਹ ਮਾਸਟਰ ਤਾਰਾ ਸਿੰਘ ਦੀ ਪੈਰ ਦੀ ਮਿੱਟੀ ਵਰਗੇ ਵੀ ਨਹੀਂ, ਮਿੱਟੀ ਵਰਗੇ ਵੀ। ਕਿ ਮੈਂ ਹਾਰ ਦੇ ਮੂੰਹ ਤੇ ਵੀ ਅਸਾਰ ਜਿੱਤ ਦੇ ਵੇਣਾ ਹੈ, ਸਿਕੰਦਰ ਵੇਖਦਾ ਸੀ ਸ਼ੀਸ਼ਾ, ਮੈਂ ਤਲਵਾਰ ਵੇਣਾ ਹੈ। ਸਾਨੂੰ ਦੁੱਖ ਇਸ ਗੱਲ ਦਾ ਨਹੀਂ ਕਿਉਂ ਲੁੱਟਿਆ ਗਿਆ, ਸਾਨੂੰ ਦੁੱਖ ਇਹ ਆ ਕਿ ਜਿਹੜੇ ਸਾਡੀ ਨੁਮਾਇੰਦਗੀ ਕਰਦੇ ਆ, ਜਿਹੜੀਆਂ ਸਾਡੀਆਂ ਵੋਟਾਂ ਲੈਂਦੇ ਆ, ਹਰ 5-5 ਸਾਲ ਬਾਅਦ ਕੁਰਸੀਆਂ ਦਾ ਰਸ ਭੋਗਦੇ ਆ, ਉਹਨਾਂ ਬੰਦਿਆਂ ਹੁੰਦੇ ਕਰਕੇ ਸਾਡਾ ਕਾਫਲਾ ਲੁੱਟਿਆ ਗਿਆ ਅੱਜ ਪੰਜਾਬ ਦਾ। ਪਲ ਦੀ ਜ਼ਿੰਦਗੀ ਹੈ ਬੁਲਬੁਲੇ ਦੀ, ਪਲ ਦੀ ਇੱਕ ਪਲ ਦੀ ਜ਼ਿੰਦਗੀ ਹੈ ਬੁਲਬੁਲੇ ਦੀ ਪਾਣੀ ਦੀ ਹਿੱਕ ਉੱਤੇ, ਪਰ ਜਿਉਂਦਾ ਉਹ ਦਰਿਆ ਦੀ ਚੋਟੀ ਉੱਤੇ ਆ। ਇਹ ਜਿਹੜੇ ਦੇਸ਼ ਦੇ ਹੁਕਮਰਾਨ ਬਣੇ ਆ, ਜਿਹੜੇ ਇਹ ਸਮਝਦੇ ਕਿ ਦੇਸ਼ ਸਾਡੇ ਇਸ਼ਾਰੇ ਦੇ ਨਾਲ ਚੱਲਦਾ ਹੈ, ਉਹ ਇਹ ਭੁੱਲਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਮੈਂ ਤੁਹਾਡਾ ਦੋਸਤ ਰਤਨਦੀਪ ਸਿੰਘ ਧਾਲੀਵਾਲ। ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ। ਜੇ ਇਸ ਗੱਲ ਨੂੰ ਆਪਾਂ ਮਿਲਾ ਕੇ ਚੱਲਦੇ ਹਾਂ ਰਾਜਨੀਤੀ ਦੀ ਗੱਲ ਨਾਲ, ਤਾਂ ਰਾਜਨੀਤਿਕ ਜਿਹੜੇ ਲੋਕ ਆ ਸ਼ਾਇਦ ਉਹ ਅੱਜ ਭੁੱਲ ਗਏ ਨੇ ਵੀ ਸਭ ਨੇ ਮਿੱਟੀ ਹੋਣਾਗਾ, ਸਭ ਕੁਝ ਇੱਥੇ ਰਹਿ ਜਾਣਾਗਾ। ਜਿਹੜੇ ਰਾਜੇ ਲੋਕ ਹੁੰਦੇ ਨੇ ਉਹ ਲੋਕਾਂ ਦੇ ਲਈ ਹੁੰਦੇ ਨੇ, ਉਹ ਗਊ ਗਰੀਬ ਦੀ ਮਦਦ ਕਰਨ ਵਾਲੇ ਹੁੰਦੇ ਨੇ। ਪਰ ਅੱਜ ਦੇ ਰਾਜੇ ਕੁਝ ਹੋਰ ਨੇ, ਭਾਵੇਂ ਕਿ ਉਹਨਾਂ ਨੂੰ ਆਮ ਪ੍ਰਜਾ ਚੁਣਦੀ ਹੈ, ਪਰ ਅੱਜ ਦੇ ਰਾਜੇ ਲੋਕ ਸਭ ਕੁਝ ਭੁੱਲ ਗਏ ਨੇ, ਚਾਹੇ ਉਹ ਸੈਂਟਰ ਸਰਕਾਰਾਂ ਹੋਣ ਜਾਂ ਫਿਰ ਸੂਬਾ ਸਰਕਾਰਾਂ। ਤੇ ਅੱਜ ਦੀ ਨੌਜਵਾਨੀ ਵੀ ਕਾਫੀ ਕੁਰਾਹੇ ਪਈ ਹੋਈ ਆ। ਪਰ ਜੇ ਮੌਜੂਦਾ ਦੌਰ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਕਿਸਾਨ ਲਹਿਰ ਚੱਲ ਰਹੀ ਆ। ਇਸ ਨੂੰ ਨਾਮ ਦਿੱਤਾ ਗਿਆ ਲੋਕ ਲਹਿਰ। ਸਿੰਗਰ, ਅਦਾਕਾਰ, ਐਕਟਰ, ਸਮਾਜ ਸੇਵੀ, ਪੰਜਾਬ ਦਾ ਨੌਜਵਾਨ, ਪੰਜਾਬ ਦਾ ਹਰ ਵਰਗ, ਚਾਹੇ ਉਹ ਬੱਚਾ ਹੋਵੇ, ਨੌਜਵਾਨ ਹੋਵੇ, ਬੁੱਢਾ ਹੋਵੇ, ਮਰਦ ਹੋਵੇ, ਔਰਤ ਹੋਵੇ, ਸਾਰੇ ਇਸ ਘੋਲ ਦੇ ਵਿੱਚ ਨੇ। ਜੋ ਸੜਕਾਂ ਉੱਤੇ ਵੀ ਨਹੀਂ ਆ ਰਹੇ, ਉਹ ਘਰਾਂ ਦੇ ਵਿੱਚ ਵੀ ਜਾਗਰੂਕ ਹੋ ਰਹੇ ਨੇ, ਦੇਖ ਰਹੇ ਨੇ ਪੰਜਾਬ ਦੀ ਤਸਵੀਰ ਨੂੰ। ਕਈ ਲੋਕ ਕਹਿ ਰਹੇ ਨੇ ਪੰਜਾਬ ਦੇ ਵਿੱਚ ਫਿਰ ਮਾੜਾ ਸਮਾਂ ਆਉਣ ਵਾਲਾ, ਪੰਜਾਬ ਦੇ ਵਿੱਚ ਐਮਰਜੈਂਸੀ ਲੱਗਣ ਵਾਲੀ ਆ, ਪੰਜਾਬ ਦੂਸਰਾ ਜੰਮੂ ਕਸ਼ਮੀਰ ਬਣਨ ਵਾਲਾ। ਬਹੁਤ ਸਾਰੀਆਂ ਗੱਲਾਂ ਨੇ। ਅੱਜ ਅਸੀਂ ਖੜ੍ਹੇ ਹਾਂ ਮੋਗਾ ਜ਼ਿਲ੍ਹਾ ਦੇ ਪਿੰਡ ਰਣਸੀ ਕਲਾਂ, ਜਿੱਥੋਂ ਮਿੰਟੂ ਸਰਪੰਚ, ਜਿਸ ਨੂੰ ਸਾਰੀ ਦੁਨੀਆ ਜਾਣਦੀ ਹੈ, ਖਾਸ ਕਰਕੇ ਪੰਜਾਬੀ ਦਾ ਸਾਰੇ ਜਾਣਦੇ ਨੇ, ਜਿਸ ਨੇ ਆਪਣੇ ਪਿੰਡ ਦੇ ਵਿੱਚ ਉਹ ਕੰਮ ਕਰਕੇ ਦਿਖਾਏ ਜੋ ਸਰਕਾਰਾਂ ਨਹੀਂ ਕਰ ਸਕੀਆਂ, ਜੋ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ। ਮਿੰਟੂ ਬਾਈ ਦੇ ਨਾਲ ਅੱਜ ਗੱਲ ਕਰਾਂਗੇ ਨੌਜਵਾਨੀ ਦੀ, ਰਾਜਨੀਤੀ ਦੀ, ਤੇ ਪੰਜਾਬ ਦੇ ਵਿੱਚ ਜੋ ਲੋਕ ਲਹਿਰ ਚੱਲ ਰਹੀ ਆ ਇਹਦੇ ਬਾਰੇ। ਪਹਿਲਾਂ ਕਰਦੇ ਹਾਂ ਮਿੰਟੂ ਬਾਈ ਦਾ ਸਵਾਗਤ, ਫਿਰ ਕਰਦੇ ਹਾਂ ਗੱਲਾਂ ਬਾਤਾਂ। ਬਾਈ ਜੀ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮਿੰਟੂ ਬਾਈ, ਕਿਵੇਂ ਦੇਖ ਰਹੇ ਹੋ ਪੰਜਾਬ ਦੀ ਤਸਵੀਰ ਨੂੰ? ਪੀੜਾ ਨਾਲ ਹੀ ਜੰਮੀਆਂ ਨੇ, ਸਾਡੀ ਧੁਰ ਤੋਂ ਕਿਸਮਤ ਮਾੜੀ, ਸਾਡੀਆਂ ਫਸਲਾਂ ਦਾ ਕਾਹਤੋਂ ਲਾਉਂਦੇ ਮੁੱਲ ਵਪਾਰੀ ਜੀ। ਆਖੋ ਸਰਕਾਰਾਂ ਨੂੰ ਸਾਨੂੰ ਵੇਚੇ ਲਾ ਕੇ ਬੋਲੀ, ਅਸੀਂ ਕੱਚੇ ਰੰਗ ਜਿਹੇ ਸੋਹਣੀਏ ਸਾਡੀ ਕਾਹਦੀ ਹੋਲੀ, ਅਸੀਂ ਕੱਚੇ ਰੰਗ ਜਿਹੇ ਸੋਹਣੀਏ ਸਾਡੀ ਕਾਹਦੀ ਹੋਲੀ। ਕੱਚੇ ਰੰਗ ਵਰਗੇ ਅੱਜ ਕਿਸਾਨ ਅੱਜ ਆਪਣੇ ਆਪ ਨੂੰ ਜਿਸ ਪੀੜ ਵਿੱਚ ਮਹਿਸੂਸ ਕਰ ਰਹੇ ਆ ਤੇ ਪੀੜਾਂ ਨਾਲ ਯਾਰੀ ਨਿਭਾ ਰਹੇ, ਉਹਨਾਂ ਕਿਸਾਨਾਂ ਨੂੰ ਮੈਂ ਸਭ ਤੋਂ ਪਹਿਲਾਂ ਸਲਾਮ ਕਰਦਾ। ਔਰ ਮੈਂ ਤਹਿ ਦਿਲੋਂ ਮਸ਼ਕੂਰ ਹਾਂ RMB ਟੈਲੀਵਿਜ਼ਨ ਟੀਮ ਦਾ ਕਿ ਅੱਜ ਪਿੰਡ ਰਣਸੀ ਕਲਾਂ ਵਿੱਚ ਅੱਜ ਮੇਰੇ ਵਰਗੇ ਇੱਕ ਨਚੀਜ਼ ਬੰਦੇ ਨਾਲ ਅੱਜ ਉਹ ਇੰਟਰਵਿਊ ਕਰਨ ਆਏ ਆ, ਤੇ ਇੰਟਰਵਿਊ ਵੀ ਉਹਨਾਂ ਸੰਜੀਦਕ ਮੁੱਦਿਆਂ ਉੱਤੇ ਕਰਨ ਆਏ ਆ ਕਿ ਜਿਹੜੇ ਸਾਡੇ ਜੀਵਨ ਨਾਲ ਜੁੜੇ ਹੋਏ ਆ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਆਖਦਾ ਔਰ ਖੁਸ਼ ਆਮਦੀਦ ਨੂੰ ਆਖਦਾ ਜੀ। ਮਿੰਟੂ ਬਾਈ, ਲੋਕ ਲਹਿਰ ਬਣ ਚੁੱਕੀ ਆ, ਕਿਸਾਨ ਸੜਕਾਂ ਦੇ ਉੱਤੇ ਆ, ਪਰ ਜਿਹੜੀ ਨਵੀਂ ਗੱਲ ਆ, ਨੌਜਵਾਨ ਵੀ ਸੜਕਾਂ ਦੇ ਉੱਤੇ ਆ, ਕਿਸਾਨਾਂ ਦੇ ਨਾਲ ਮੋਢਾ ਲਾ ਕੇ ਖੜਾਗਾ ਆਪਣੇ ਬਜ਼ੁਰਗਾਂ ਦੇ ਨਾਲ। ਕਈ ਬਜ਼ੁਰਗਾਂ ਨੂੰ ਇਹ ਵੀ ਕਹਿ ਰਹੇ ਆ, ਬਾਪੂ ਜੀ ਤੁਸੀਂ ਘਰੇ ਬੈਠੋ, ਅਸੀਂ ਧਰਨਿਆਂ 'ਚ ਜਾਵਾਂਗੇ, ਅਸੀਂ ਖੇਤ ਜਾਵਾਂਗੇ, ਵਾਢੀ ਦਾ ਸੀਜ਼ਨ ਆ, ਅਸੀਂ ਸਭ ਕੁਝ ਕਰਾਂਗੇ।
ਤੁਸੀਂ ਦੇਖ ਰਹੇ ਹੋ ਵੀ ਬੜਾ ਵੱਡਾ ਬਦਲਾਅ ਆ ਰਿਹਾ ਹੈ, ਇੱਕ ਚੰਗੀ ਚੀਜ਼ ਆ ਰਹੀ ਹੈ ਪੰਜਾਬ ਦੇ ਵਿੱਚ। ਬਿਲਕੁਲ। ਪੰਜਾਬ ਨੇ ਜਦੋਂ ਵੀ ਕੋਈ ਦੇਸ਼ ਦੇ ਵਿੱਚ ਕ੍ਰਾਂਤੀ ਆਈ ਤੇ ਪੰਜਾਬ ਔਰ ਪੰਜਾਬੀ ਨੇ ਕ੍ਰਾਂਤੀਆਂ ਲੈ ਕੇ ਆਂਦੀਆਂ ਜੀ। ਔਰ ਉਹਦੇ ਦੇਸ਼ ਦੀ ਆਜ਼ਾਦੀ ਦੀ ਵੀ ਤੁਸੀਂ ਜੇ ਗੱਲ ਕਰੀਏ ਜੀ। ਉਹਦੇ ਵਿੱਚ ਵੀ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਨੇ ਜਿਹੜਾ ਅਦਾ ਕੀਤਾ। ਔਰ ਦੇਸ਼ ਦੇ ਮਹਾਨ ਨੇਤਾ ਸੁਭਾਸ਼ ਚੰਦਰ ਬੋਸ ਜਦੋਂ ਸਟੇਜਾਂ ਤੇ ਬੋਲਿਆ ਕਰਦੇ ਸੀ, ਉਹ ਆਖਿਆ ਕਰਦੇ ਸੀ ਕਿ ਹਿੰਦੁਸਤਾਨੀਓ ਤੁਸੀਂ ਮੈਨੂੰ ਖੂਨ ਦਿਓ, ਖੂਨ, ਮੈਂ ਤੁਹਾਨੂੰ ਆਜ਼ਾਦੀ ਦਿਉਂ। ਫਿਰ ਉਸ ਖੂਨ ਨੂੰ ਅਦਾ ਕਰਨ ਦੀ ਖਾਤਰ ਪੰਜਾਬੀਆਂ ਨੇ 86% ਖੂਨ ਅਦਾ ਕੀਤਾ, ਸਿਰ ਦਿੱਤੇ ਇਸ ਦੇਸ਼ ਨੂੰ ਯਾਦ ਕਰਾਉਣ ਦੀ ਖਾਤਰ। ਔਰ ਦੇਸ਼ ਦੇ ਬਟਵਾਰੇ ਤੋਂ ਬਾਅਦ ਔਰ ਜਦੋਂ ਦੇਸ਼ ਸਾਡਾ ਭੁੱਖਮਰੀ ਦਾ ਸ਼ਿਕਾਰ ਸੀ, ਅਮਰੀਕਾ ਵਰਗੇ ਦੇਸ਼ਾਂ ਤੋਂ ਜਦੋਂ ਅਨਾਜ ਮੰਗਾ ਰਿਹਾ ਸੀ, ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਨਾਅਰਾ ਦਿੱਤਾ ਸੀ, ਜੈ ਕਿਸਾਨ ਜੈ ਜਵਾਨ ਦਾ, ਕਿ ਜਵਾਨਾਂ ਨੂੰ, ਕਿਸਾਨਾਂ ਨੂੰ ਆਖਿਆ ਸੀ ਕਿ ਕਿਸਾਨੋ ਤੁਸੀਂ ਪਹਿਲਾਂ ਇਸ ਦੇਸ਼ ਦੀ ਆਜ਼ਾਦੀ ਵਿੱਚ ਆਪਣੇ ਹਲਾਂ ਨੂੰ ਤੁਸੀਂ ਹਥਿਆਰ ਬਣਾ ਕੇ ਵਰਤਿਆ। ਅੱਜ ਇਹਨਾਂ ਹਲਾਂ ਨੂੰ ਇਸ ਜ਼ਮੀਨ ਉੱਤੇ, ਮਿੱਟੀ ਉੱਤੇ ਚਲਾਓ ਤਾਂ ਜੋ ਜਿਹੜੀ ਭੁੱਖਮਰੀ ਅੱਜ ਦੇਸ਼ ਦੇ ਵਿੱਚ ਫੈਲੀ ਆ, ਉਹਨੂੰ ਤੁਸੀਂ ਭੁੱਖਮਰੀ ਨੂੰ ਖਤਮ ਕਰੋ ਦੇਸ਼ ਦੇ ਵਿੱਚ। ਪੰਜਾਬ ਦੇ ਕਿਸਾਨਾਂ ਨੇ ਸਭ ਤੋਂ ਵੱਧ ਭੁੱਖੇ ਸੌਂ ਕੇ, ਭੁੱਖੇ ਦੇਸ਼ ਦਾ ਢਿੱਡ ਭਰਨ ਦੀ ਖਾਤਰ ਇਸ ਦੇਸ਼ ਦੇ ਵਿੱਚ ਹਰੀ ਕ੍ਰਾਂਤੀ ਲੈ ਕੇ ਆਂਦੀ। ਹਰੇਕ ਕ੍ਰਾਂਤੀ ਦੇ ਵਿੱਚ ਪੰਜਾਬ ਦੇ ਲੋਕ ਮੂਹਰੀ ਭੂਮਿਕਾ ਨਿਭਾਉਂਦੇ ਰਹੇ ਆ। ਔਰ ਅੱਜ ਵੀ ਜਿਹੜੇ ਖੇਤੀ ਆਰਡੀਨੈਂਸ ਬਿੱਲ ਆ, ਜਿਹੜਾ ਕਾਨੂੰਨ ਬਣ ਚੁੱਕਿਆ, ਉਹਦੇ ਵਿਰੋਧ ਵਿੱਚ ਅੱਜ ਵਿਦਰੋਹ ਪੂਰੇ ਪੰਜਾਬ ਵਿੱਚ ਚੱਲ ਰਹੇ ਆ। ਉਹ ਰੇਲਾਂ ਰੋਕਣ ਦੀ ਗੱਲ ਹੋਵੇ, ਔਰ ਲੈਂਸ ਪੰਪ ਰੋਕਣ ਦੀ ਗੱਲ ਹੋਵੇ, ਹੋਰ ਕਿਸੇ ਥਾਂ ਤੇ ਧਰਨੇ ਲਾਉਣ ਦੀ ਗੱਲ ਹੋਵੇ, ਅੱਜ ਹਰੇਕ ਥਾਂ ਉੱਤੇ ਅੱਜ ਪੰਜਾਬ ਦੇ ਕਿਸਾਨੀ ਨਾਲ ਜੁੜੇ ਹੋਏ ਮਨੁੱਖ ਅੱਜ ਉਹਨਾਂ ਮੋਰਚਿਆਂ ਵਿੱਚ ਜਿਹੜੇ ਸ਼ਮੂਲੀਅਤ ਕਰ ਰਹੇ ਆ, ਆਪਣਾ ਸਾਥ ਦੇ ਰਹੇ ਆ, ਤਾਂ ਜੋ ਇਹ ਗੱਲ ਇਕੱਲੀ ਕਿਸਾਨੀ ਨੂੰ ਬਚਾਉਣ ਦੀ ਗੱਲ ਨਹੀਂ, ਇਹ ਸਾਡੇ ਪੰਜਾਬ ਨੂੰ ਬਚਾਉਣ ਦੀ ਗੱਲ ਆ। ਮਿੰਟੂ ਭਾਈ, ਤੁਸੀਂ ਗੱਲ ਕਰੀ ਪੰਜਾਬ ਨੂੰ ਬਚਾਉਣ ਦੀ, ਆਪਦੀ ਹੋਂਦ ਦੀ ਗੱਲ ਆ। 47 ਦੇ ਵਿੱਚ ਪੰਜਾਬ ਦੀ ਹਿੱਕ ਉੱਤੇ ਕੈਸੀ ਲੀਹ ਵਾਹੀ ਗਈ, 2 ਪੰਜਾਬ ਬਣ ਗਏ। ਪੰਜਾਬ ਦੇ ਹੀ 2 ਪਾੜੇ ਹੋਏ ਆ, ਦੇਸ਼ ਦੇ 2 ਪਾੜੇ ਨਹੀਂ ਹੋਏ। ਨਵਾਂ ਮੁਲਕ ਬਣਿਆ। ਉਸ ਤੋਂ ਬਾਅਦ ਜੇ ਆਪਾਂ 78 ਦੀ ਗੱਲ ਕਰਦੇ ਹਾਂ, 83 84 ਨੂੰ ਤਾਂ ਅਸੀਂ ਭੁੱਲ ਹੀ ਨਹੀਂ ਸਕਦੇ। ਫਿਰ 93 ਦਾ ਦੌਰ ਆਉਂਦਾ, 90 ਵਾਲਾ ਦੌਰ ਆਉਂਦਾ ਗਾ, ਜਿਹਨੂੰ ਖਾੜਕੂ ਲਹਿਰ ਕਿਹਾ ਜਾਂਦਾ ਗਾ। ਤੁਸੀਂ ਸਮਝਦੇ ਹੋ ਵੀ ਤੁਸੀਂ ਸਰਪੰਚ ਵੀ ਹੋ, ਰਾਜਨੀਤੀ ਦੇ ਵੀ ਨੇੜੇ ਹੋ, ਰਾਜਨੀਤਿਕ ਬੰਦਿਆਂ ਦੇ ਨਾਲ ਵੀ ਬੜਾ ਬਾਹਰ ਰਹਿੰਦਾ ਹੋਊਗਾ, ਪ੍ਰਸ਼ਾਸਨ ਦੇ ਨਾਲ ਵੀ ਬੜਾ ਬਾਹਰ ਰਹਿੰਦਾ ਹੋਊਗਾ, ਤੁਸੀਂ ਕਸੂਰਵਾਰ ਕਿਹਨੂੰ ਮੰਨਦੇ ਆ? ਕਿਉਂਕਿ ਬੜੇ ਲੋਕ ਸਟੇਜਾਂ ਦੇ ਉੱਤੇ ਕਹਿੰਦੇ ਵੀ ਸਰਕਾਰਾਂ ਕਸੂਰਵਾਰ ਨੇ, ਤੁਸੀਂ ਕਿਹਨੂੰ ਮੰਨਦੇ ਹੋ? ਅਸਲ ਪੰਜਾਬ ਔਰ ਸਿੱਖਾਂ ਨੇ ਖਾਸ ਕਰਕੇ ਇਸ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਸਿਰ ਦਿੱਤੇ ਜੀ। ਔਰ ਸਰ ਡਾਕਟਰ ਮੁਹੰਮਦ ਇਕਬਾਲ ਹੈ, ਉਰਦੂ ਦੇ ਸ਼ਾਇਰ ਆ, ਉਹਨਾਂ ਦੀ ਜਦੋਂ ਨਾਜ਼ਮ ਪੜ੍ਹੀ ਦੀ ਆ ਤੇ ਲੂੰ ਕੰਡੇ ਖੜੇ ਹੋ ਜਾਂਦੇ ਆ ਜੀ। ਉਹ ਕਹਿੰਦੇ ਜਬ ਇਸ ਗੁਲਸਤਾਨ ਕੋ पड़ी लहू की जरूरत जी, सबसे पहले हमारी गर्दन कटी, फिर भी कहते हैं अहले चमन ये हमारा चमन है तुम्हारा नहीं, बात होती गुलों तक सह लेते हम अब तो कांटों पर भी हक हमारा नहीं। कहना जे फुल्लां दी गल हुंदी कहा जांदा कि फुल्लां दे असीं हकदार हां, असीं बर्दाश्त कर लेंदे मन लेंदे, पर डॉक्टर मुहम्मद इकबाल कहना दुख हुण इस गल दा कि कंडियां ते भी साडा हक नहीं। अज पंजाब खास करके पंजाबी ये गल नूं महसूस कर रहे आ कि अज साडा कंडियां ते भी हक नहीं। अज जिहे जिहा सानूं इस देश दे विच जलील कीता जा रहा, खास करके पंजाबियां नूं सिखां नूं जिहे जे साडे दे नाल अज विदकरे साडे नाल हो रहे आ, धक्का हो रहा, मैं महसूस करदा कि इहदे असल दोषी पंडित जवाहर लाल नेहरू होनी सी, जिन्हां ने सिर्फ अपनी लालच वस हो के साडे देश दा पटवारा कीता और जिहदे करके साडे पंजाब साडा मुल्क बदर होया, साडियां बीबियां बेवाह होईयां, भैणां दे भरा चले गए, इत्थे मामा दे पुत्त खोए गए, साडा किन्ना खून खराबा उन्हां बंदियां दी सिर्फ प्रधानमंत्री बनने खातर ही उन्होंने किया। और मैं चाहता सी कि ये नहीं होना चाहिए, मैं महसूस करता सी क्योंकि जदों साडे सिखां दे महान लीडर मास्टर तारा सिंह दा जीवन पढ़ीदा, वो कहंदा सी जे साडे देश दा पटवारा होऊगा, जे साडी लैन खिंची जाऊगी मैं उत्थे जाके विरोध करूँगा। उन्हें विरोध भी किया मास्टर तारा सिंह ने, पर किसी ने उस समय नहीं सुनी। और मैं अज वो महसूस करदा कि मास्टर तारा सिंह किन्ने उच्च कोटि ਦੇ ਸੂਝਵਾਨ ਲੀਡਰ ਸੀ, ਜਿਹੜੇ ਮਹਿਸੂਸ ਕਰਦੇ ਸੀ ਕਿ ਜਿਹੜੀ ਇਹ ਲੈਣ ਖਿੱਚ ਰਹੇ ਇਹ ਲੈਣ ਪੰਜਾਬ ਦੀ ਹਿੱਕ ਵਿੱਚ ਖਿੱਚੀ ਜਾ ਰਹੀ ਹੈ, ਜਿਹਦੇ ਨਾਲ ਸਾਡਾ ਬਹੁਤ ਸਾਰਾ ਹਿੱਸਾ ਸਾਡੇ ਗੁਰੂ ਧਾਮ ਵੀ ਉਸ ਦੂਸਰੇ ਪਾਕਿਸਤਾਨ ਵਿੱਚ ਰਹਿ ਗਏ ਔਰ ਸਾਡੀਆਂ ਜਿਹੜੀਆਂ ਜ਼ਮੀਨਾਂ ਸੀ ਉਧਰ ਰਹਿ ਗਈਆਂ। ਸਾਡਾ ਬਹੁਤ ਨੁਕਸਾਨ ਪੰਜਾਬ ਦਾ ਵੱਡੇ ਪੱਧਰ ਤੇ ਹੋਇਆ, ਉਸ ਗੱਲ ਨੂੰ ਮੈਂ ਦੁੱਖ ਮੰਨਦਾ। ਔਰ ਇਹ ਇਕੱਲਾ ਮੈਂ ਨਹੀਂ ਦੁੱਖ ਮੰਨਦਾ ਕਿ ਮੈਂ ਕੁਝ ਦਿਨ ਪਹਿਲਾਂ ਕਿਸੇ ਰਾਜਮੋਹਨ ਗਾਂਧੀ
ਗਾਂਧੀ ਜੀ ਦੇ ਬੇਟੇ ਪੋਤਰੇ ਹੋਏ ਨੇ। ਉਹਨਾਂ ਨੇ ਕਿਤਾਬ ਲਿਖੀ ਆ ਪੰਜਾਬ, ਮਾਊਂਟ ਬੈਂਟਨ ਤੋਂ ਰੰਗਜੇਬ ਤੱਕ। ਔਰ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਇੱਕ ਰਫੂਜੀ ਦਾ, ਜ਼ਿਕਰ ਕੀਤਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸੰਸਦ ਵਿੱਚੋਂ ਬੋਲ ਕੇ ਪਾਰਲੀਮੈਂਟ 'ਚੋਂ ਬਾਹਰ ਆਏ ਤੇ ਉਹਨਾਂ ਨੇ ਉਹਦੀ ਬਾਂਹ ਫੜ ਲਈ ਪੰਡਿਤ ਦੀ ਤੇ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਆਖਿਆ ਕਿ ਇਹ ਦੱਸ ਕਿ ਜਿਹੜੇ ਕਾਫਲੇ ਲੁੱਟੇ ਗਏ ਆ ਕਿਉਂ ਲੁੱਟੇ ਗਏ। ਤੇ ਉਹਨਾਂ ਨੇ ਆਖਿਆ ਇੱਕ ਸ਼ਹਿਰੀ ਲਫ਼ਜ਼ਾਂ ਦੇ ਵਿੱਚ ਕਿ ਇਧਰ ਉਧਰ ਕੀ ਬਾਤ ਨਾ ਕਰ, ਜੇ ਬਤਾ ਕਾਰਵਾ ਲੂਟੇ ਕਿਉਂ ਗਏ। ਉਹ ਕਹਿੰਦਾ ਇਧਰ ਇਧਰ ਦੀਆਂ ਗੱਲਾਂ ਨਾ ਕਰ, ਇਹ ਦੱਸ ਕਾਫਲੇ ਲੁੱਟੇ ਕਿਉਂ ਗਏ। ਤੇ ਪੰਡਿਤ ਜਵਾਹਰ ਲਾਲ ਨਹਿਰੂ ਕੋਲੋਂ ਉਹਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਤੇ ਫਿਰ ਉਹ ਆਪ ਹੀ ਰਫੂਜੀ ਕਹਿੰਦਾ ਕਿ कारवां के लूट जाने का गम नहीं है, सवाल तो तेरी रहबरी का है। कहना सानू काफले लुट्टे जाण दा दुख नहीं, दुख तां इस गल दा कि तेरे हुंदे लुट्टे जाण काफले, दुख इस गल दा। ते अगे कहंदा तेरा राह जनों से खा वास्ता कि जिहड़े लुट्टण वाले डाकू सी लटेरे सी तूं उन्हां नाल मिलिया होया सी, उन्हां नाल तूं मिलिया होया सी, मिलिया तां साडे काफले लुट्टे गए। ਅੱਜ ਵੀ ਜਿਹੜੇ ਤੁਸੀਂ ਮੈਨੂੰ ਸਵਾਲ ਕੀਤਾ ਕਿ ਸਾਡੇ ਕਾਫਲਾ ਕਿਉਂ ਲੁੱਟਿਆ ਗਿਆ, ਸਾਨੂੰ ਦੁੱਖ ਇਸ ਗੱਲ ਦਾ ਨਹੀਂ ਕਿਉਂ ਲੁੱਟਿਆ ਗਿਆ, ਸਾਨੂੰ ਦੁੱਖ ਇਹ ਆ ਕਿ ਜਿਹੜੇ ਸਾਡੀ ਨੁਮਾਇੰਦਗੀ ਕਰਦੇ ਆ, ਜਿਹੜੀਆਂ ਸਾਡੀਆਂ ਵੋਟਾਂ ਲੈਂਦੇ ਆ, ਹਰ 5-5 ਸਾਲ ਬਾਅਦ ਕੁਰਸੀਆਂ ਦਾ ਰਸ ਭੋਗਦੇ ਆ, ਉਹਨਾਂ ਬੰਦਿਆਂ ਹੁੰਦੇ ਕਰਕੇ ਸਾਡਾ ਕਾਫਲਾ ਲੁੱਟਿਆ ਗਿਆ ਅੱਜ ਪੰਜਾਬ ਦਾ। ਉਹ ਵੀ ਖਾਸ ਕਰਕੇ ਕਿਸਾਨਾਂ ਦਾ, ਜਿਨ੍ਹਾਂ ਦੇ ਸਿਰ ਤੇ ਕਿਸਾਨੀ ਦੇ ਸਿਰ ਤੇ ਪੰਜਾਬ ਵਸਦਾ, ਜਿਹੜੇ ਕਿਸਾਨਾਂ ਨੇ ਆਪਦੇ ਬੱਚਿਆਂ ਦੇ ਸੁਪਨੇ, ਉਹਨਾਂ ਦੇ ਅਰਮਾਨ ਚੁੱਲ੍ਹੇ ਵਿੱਚ ਸਾੜਤੇ, ਉਹਨਾਂ ਨੇ ਚੁੱਲ੍ਹੇ ਵਿੱਚ ਸਾੜਤੇ, ਉਹ ਸਾਰੇ ਸੁਆਹ ਕਰਤੇ। ਪਰ ਦੇਸ਼ ਦੇ ਭੁੱਖੇ ਲੋਕਾਂ ਦਾ ਢਿੱਡ ਭਰਿਆ। ਅੱਜ ਉਹਨਾਂ ਕਿਸਾਨਾਂ ਦੇ ਚਾਅ ਅਧੂਰੇ ਆ, ਉਹਨਾਂ ਦੀਆਂ ਮੰਗਾਂ ਸਦਰਾਂ ਅਧੂਰੀਆਂ। ਦੁੱਖ ਇਸ ਗੱਲ ਦਾ ਕਿ ਜਿਨ੍ਹਾਂ ਲੀਡਰਾਂ ਤੇ ਅਸੀਂ ਵਿਸ਼ਵਾਸ ਕਰਦੇ ਸੀ, ਉਹ ਲੀਡਰਾਂ ਨੇ ਇਹ ਸਾਡੇ ਕਾਫਲੇ ਲਟਾਏ, ਉਹ ਸਾਰੇ ਇਸ ਵਿੱਚ ਭਾਗੀਦਾਰ ਆ ਜੀ। ਮੈਂ ਅਸਲ ਦੇ ਵਿੱਚ ਮਿੰਟੂ ਜੀ ਇੱਕ ਸਵਾਲ ਹੋਰ ਲੈਣਾ ਚਾਹੂੰਗਾ। ਅਸਲ 'ਚ ਇਹ ਮੈਂ ਲੈਣਾ ਨਹੀਂ ਸੀ ਸਵਾਲ, ਤੁਸੀਂ ਮਾਸਟਰ ਤਾਰਾ ਸਿੰਘ ਜੀ ਦੀ ਗੱਲ ਕਰੀ। ਇਤਿਹਾਸ ਨੂੰ ਵੀ ਕਈ ਇਤਿਹਾਸਕਾਰ ਬੜਾ ਤੋੜ ਮਰੋੜ ਕੇ ਪੇਸ਼ ਕਰਦੇ ਆ। ਹੁਣ ਬਹੁਤ ਗਿਣਤੀ ਲੋਕਾਂ ਦਾ ਇਹ ਕਹਿਣਾ ਗਾ ਵੀ ਮਾਸਟਰ ਤਾਰਾ ਸਿੰਘ ਨੇ ਆਪਦੀ ਭੂਮਿਕਾ ਸਹੀ ਨਹੀਂ ਨਿਭਾਈ। ਜੇ ਉਹ ਸਹੀ ਹੁੰਦੇ ਤਾਂ ਪੰਜਾਬੀ ਸੂਬਾ ਹੁੰਦਾ, ਪੰਜਾਬ ਇੱਕ ਅਲੱਗ ਦੇਸ਼ ਹੁੰਦਾ, ਨਾਮ ਚਾਹੇ ਕੋਈ ਵੀ ਹੁੰਦਾ। ਤੁਹਾਨੂੰ ਨਹੀਂ ਲੱਗਦਾ ਵੀ ਇਤਿਹਾਸ ਦੇ ਵਿੱਚ ਵੀ ਅਸੀਂ ਮਾਰ ਖਾ ਗਏ, ਇਤਿਹਾਸ ਵੀ ਨਹੀਂ ਸਾਨੂੰ ਸਹੀ ਪਤਾ? ਬੜਾ ਕੁਛ ਹੁਣ ਵੀ CBSE ਦੀਆਂ ਕਿਤਾਬਾਂ ਵਿੱਚ ਬੜਾ ਕੁਛ ਲਿਖਿਆ ਜਾਂਦਾ ਗਾ, ਸਾਡੇ ਗੁਰੂ ਸਾਹਿਬਾਨ ਬਾਰੇ ਬੜਾ ਗਲਤ ਲਿਖਿਆ ਜਾਂਦਾ ਗਾ, ਭਗਤ ਸਿੰਘ ਵਰਗਿਆਂ ਨੂੰ ਵੀ ਅੱਤਵਾਦੀ ਲਿਖਿਆ ਜਾਂਦਾ ਗਾ। ਤੁਹਾਨੂੰ ਲੱਗਦਾ ਨਹੀਂ ਵੀ ਉੱਥੇ ਵੀ ਸਾਨੂੰ ਪਤਾ ਨਹੀਂ ਵੀ ਕੌਣ ਸਹੀ ਆ ਕੌਣ ਨਹੀਂ, ਅਸੀਂ ਫਸੇ ਹੋਏ ਆ? ਬਿਲਕੁਲ ਜੀ, ਕਿਸੇ ਤੇ ਟਿੱਪਣੀ ਕਰਨੀ ਬਹੁਤ ਸੌਖੀ ਗੱਲ ਆ। ਕਿਸੇ ਨੂੰ ਇਹ ਕਹਿ ਦੇਣਾ ਕਿ ਇਹ ਬੰਦੇ ਦੇ ਵਿੱਚ ਆ ਉਗਣਾ, ਇਹ ਵਾਕਈ ਬਹੁਤ ਛੋਟੀ ਗੱਲ ਆ। ਹਰੇਕ ਤੇ ਅੱਜ ਸਾਡੇ ਸਮਾਜ ਦੇ ਵਿੱਚ ਨੈਗੇਟਿਵੀ ਜਿਹੜੀ ਵੱਧ ਰਹੀ ਆ, ਪੋਜ਼ਿਟਿਵ ਲੋਕ ਘੱਟ ਆ ਸੋਚ ਵਾਲੇ। ਹਰੇਕ ਬੰਦਾ, ਜਿਹੜੇ ਬੰਦੇ ਨੇ ਕਦੇ ਚੀਚੀ ਦੇ ਜਿਹਦੇ ਕਿਤੇ ਚੀਰ ਨਹੀਂ ਆਇਆ ਹੁੰਦਾ, ਕਦੇ ਚੀਚੀ ਉੱਪਰ ਵੀ, ਉਹ ਬੰਦੇ ਇਨਕਲਾਬ ਦੀਆਂ ਗੱਲਾਂ, ਕੁਰਬਾਨੀ ਦੀਆਂ ਗੱਲਾਂ ਕਰਦੇ ਆ। ਤੇ ਉਹ ਬੰਦੇ ਉਹਨਾਂ ਸਾਡੇ ਮਹਾਨ ਬੰਦਿਆਂ ਉੱਤੇ ਟਿੱਪਣੀਆਂ ਕਰਦੇ ਆ ਕਿ ਉਹ ਬੰਦੇ ਇਸ ਤਰ੍ਹਾਂ ਦੇ ਸੀ, ਉਹ ਗਦਾਰ ਬੰਦੇ ਸੀ। ਇਹ ਕਹਿਣਾ ਬਹੁਤ ਸੌਖਾ ਹੈ, ਇਹ ਬਹੁਤ ਸੌਖਾ। ਕਿਸੇ ਚੀਜ਼ ਨੂੰ ਹੰਢਾਉਣਾ, ਉਹ ਸੰਘਰਸ਼ ਵਿੱਚ ਪੈਣਾ, ਸਾਰੀ ਉਮਰ ਬਿਨਾਂ ਸਵਾਰਥ ਤੋਂ ਜੀਣਾ। ਮਾਸਟਰ ਤਾਰਾ ਸਿੰਘ ਵਰਗਾ ਲੀਡਰ ਅੱਜ ਦੇ ਸਮੇਂ 'ਚ ਭਾਲਣਾ ਬਹੁਤ ਔਖਾ, ਬਹੁਤ ਔਖਾ। ਔਰ ਉਹੋ ਜਿਹਾ ਬੰਦਾ ਸਾਡੇ ਇੱਕੋ ਹੀ ਹੋਇਆ, ਬਾਬਾ ਜੋਗਿੰਦਰ ਸਿੰਘ ਹੋਣੀ, ਸੰਤ ਜਰਨੈਲ ਸਿੰਘ ਭਿੰਡਰਾਂ ਦੇ ਪਿਤਾ ਜੀ। ਉਹ ਹੋਏ ਆ ਇਹੋ ਜਿਹੇ ਬੰਦੇ ਕਿ ਜਿਨ੍ਹਾਂ ਦੇ ਅੰਦਰ ਇੱਕ ਇਮਾਨਦਾਰੀ ਸੀ, ਜਿਨ੍ਹਾਂ ਨੇ ਆਪਣਾ ਪਰਿਵਾਰ ਵੀ ਸ਼ਹੀਦ ਕਰਾਇਆ। ਤੇ ਉਵੇਂ ਹੀ ਮਾਸਟਰ ਤਾਰਾ ਸਿੰਘ ਸੀ, ਇੱਕ ਸੁੱਚੀ ਸ਼ਖਸੀਅਤ ਸੀ, ਸਾਡੀ ਪੰਥ ਦੀ ਮੌਜੂਦ ਹਸਤੀ ਸੀ, ਮਹਾਨ ਹਸਤੀ ਸੀ ਮਾਸਟਰ ਤਾਰਾ ਸਿੰਘ ਹੋਣੀ। ਔਰ ਸਰਦਾਰ ਨਰਿੰਦਰ ਸਿੰਘ ਕਪੂਰ ਜਿਹੜੇ ਪੰਜਾਬੀ ਦੇ ਬਹੁਤ ਵੱਡੇ ਰਾਈਟਰ ਆ, ਉਹਨਾਂ ਨੇ ਆਪਣੀ ਖਿੜਕੀ ਬੁੱਕ ਦੇ ਵਿੱਚ ਲਿਖਿਆ ਕਿ ਅਸੀਂ ਜਦੋਂ ਪਟਿਆਲੇ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ, ਉਹਨਾਂ ਨੇ ਆਪਣੀ ਜਵਾਨੀ ਸਮੇਂ ਦੀ ਗੱਲ ਕੀਤੀ। ਉਹ ਕਹਿੰਦੇ ਉਸ ਸਮੇਂ ਦੇ ਵਿੱਚ ਜੇ ਕੋਈ ਧਾਰਮਿਕ, ਕੋਈ ਨਾਟਕ, ਕੋਈ ਪ੍ਰੋਗਰਾਮ ਕਰਾਉਣਾ ਹੁੰਦਾ ਸੀ ਤੇ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ, ਪਰਮਿਸ਼ਨ ਲੈਣੀ ਪੈਂਦੀ ਸੀ, ਫਿਰ ਅਸੀਂ ਕਰ ਸਕਦੇ ਸੀ। ਆਏ ਨਹੀਂ ਸੀ ਵੀ ਹਰ ਇੱਕ ਕਰਕੇ ਉੱਠ ਕੇ ਲੱਗ ਜੇ ਤੇ ਕਰ ਲਏ ਪ੍ਰੋਗਰਾਮ। ਉਹ ਕਹਿੰਦੇ ਅਸੀਂ ਮੁੰਡੇ ਇਕੱਠੇ ਹੋ ਕੇ, ਅਸੀਂ ਮੁੰਡਿਆਂ ਨੇ ਇਕੱਠੇ ਹੋ ਕੇ ਇਹ ਸੋਚਿਆ ਕਿ ਮਾਸਟਰ ਤਾਰਾ ਸਿੰਘ ਦੇ ਘਰੇ ਚੱਲਦੇ ਆ ਅੰਮ੍ਰਿਤਸਰ, ਉੱਥੇ ਜਾ ਕੇ ਉਹਨਾਂ ਤੋਂ ਮਨਜ਼ੂਰੀ ਲੈਂਦੇ ਆ। ਉਹ ਕਹਿੰਦੇ ਜਦੋਂ ਅਸੀਂ ਇਕੱਠੇ ਹੋ ਕੇ ਅੰਮ੍ਰਿਤਸਰ ਪਹੁੰਚੇ ਤੇ ਅਸੀਂ ਉਸੇ ਪੁੱਛਿਆ ਕਿਸੇ
ਬੰਦੇ ਨੂੰ ਰੋਕ ਕੇ ਜੀ ਅਸੀਂ ਮਾਸਟਰ ਤਾਰਾ ਸਿੰਘ ਦੇ ਘਰੇ ਜਾਣਾ। ਉਹਨਾਂ ਨੇ ਦੱਸਿਆ ਕਿ ਆਏ ਆ ਫਲਾਨੀ ਗਲੀ ਦੇ ਵਿੱਚ ਉਹਨਾਂ ਦਾ ਘਰ ਹੈ। ਕਹਿੰਦੇ ਜਦੋਂ ਅਸੀਂ ਉਹ ਗਲੀ ਵਿੱਚ ਗਏ ਤੇ ਫਿਰ ਘਰ ਫਿਰ ਜਾ ਕੇ ਪੁੱਛਿਆ ਕਿ ਮਾਸਟਰ ਤਾਰਾ ਜੀ ਦਾ ਘਰ ਕਿਹੜਾ, ਤੇ ਉਹ ਕਹਿੰਦੇ ਵੀ ਉਹ ਸਾਹਮਣੇ ਘਰ ਆ। ਤੇ ਸਾਨੂੰ ਹੈਰਾਨੀ ਹੋ ਰਹੀ ਸੀ ਕਿ ਮਾਸਟਰ ਜੀ ਦਾ ਘਰ ਆ ਹੈ, ਕਿ ਐਡੇ ਵੱਡੇ ਮਨੁੱਖ ਦਾ ਘਰ ਆ, ਇੱਥੇ ਰਹਿੰਦਾ। ਕਹਿੰਦੇ ਜਦੋਂ ਅਸੀਂ ਬੂਹੇ ਦਾ ਖੜਕਾਇਆ, ਕੁੰਡਾ ਖੜਕਾਇਆ ਤੇ ਅੰਦਰੋਂ ਆਵਾਜ਼ ਆਈ ਕਿ ਲੰਘੇ ਆਓ। ਤੇ ਅੰਦਰ ਦੇਖਿਆ ਕਿ ਇੱਕ ਬੋਰੀ ਉੱਪਰ ਇੱਕ ਔਰਤ ਬੈਠੀ ਆ। ਤੇ ਅਸੀਂ ਉਹਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਅਸੀਂ ਆਖਿਆ ਜੀ ਕਿ ਅਸੀਂ ਪਟਿਆਲੇ ਤੋਂ ਆਏ ਆ ਤੇ ਅਸੀਂ ਮਾਸਟਰ ਜੀ ਨੂੰ ਮਿਲਣਾ, ਤਾਰਾ ਸਿੰਘ ਜੀ। ਉਹ ਕਹਿੰਦੇ ਜੀ ਉਹਨਾਂ ਦੇ ਬੇਟੇ ਦੀ ਸ਼ਾਦੀ ਹੈ, ਅੱਜ ਆਪਣੇ ਬੇਟੇ ਨੂੰ ਵਿਆਹੁਣ ਦੇ ਲਈ ਉਹ ਅੰਬਾਲੇ ਗਏ ਆ। ਤੇ ਉਹ ਕੌਣ ਸੀ ਔਰਤ? ਉਹ ਉਹਨਾਂ ਦੀ ਪਤਨੀ ਸੀ, ਜਿਹੜੀ ਇੱਕ ਬੋਰੀ ਉੱਤੇ ਬੈਠੀ ਸੀ, ਪਤਨੀ ਸੀ। ਤੇ ਉਹਦੇ ਘਰੇ ਇੱਕ ਉਹ ਗੱਡੀ ਖੜੀ ਸੀ ਮਾਸਟਰ ਤਾਰਾ ਸਿੰਘ ਦੇ ਘਰੇ, ਕਿ ਜਿਹੜੀ ਗੱਡੀ ਪੰਥ ਦੇ ਲੋਕਾਂ ਨੇ, ਖਾਸ ਕਰਕੇ ਬੰਬੇ ਦੇ ਲੋਕਾਂ ਨੇ, ਜਦੋਂ ਮਾਸਟਰ ਜੀ ਦਾ 58ਵਾਂ ਜਨਮ ਦਿਨ ਸੀ, ਉਹਨੂੰ 58 ਤੋਲੇ ਸੋਨੇ ਨਾਲ ਸਨਮਾਨਿਤ ਕੀਤਾ ਗਿਆ ਤੇ ਮਾਸਟਰ ਜੀ ਨੂੰ ਗੱਡੀ ਦਿੱਤੀ ਪੰਥ ਦੇ ਕੰਮਾਂ ਲਈ ਜਾਣ ਲਈ, ਚੜ੍ਹਨ ਲਈ। ਤੇ ਨਰਿੰਦਰ ਸਿੰਘ ਕਪੂਰ ਕਹਿੰਦਾ ਸੁਭਾਵਿਕ ਗੱਲ ਸੀ ਇਹ ਗੱਡੀ ਘਰੇ ਖੜੀ ਆ। ਉਹਦੀ ਪਤਨੀ ਦਾ ਜਵਾਬ ਇਹ ਸੀ, ਉਹ ਕਹਿੰਦੀ ਇਹ ਗੱਡੀ ਪੰਥ ਦੀ ਹੈ, ਵਿਆਹ ਉਹਦੇ ਬੇਟੇ ਦਾ ਸੀ। ਇੱਕ ਇਹੋ ਜਿਹਾ ਮਨੁੱਖ ਹੋਣਾ, ਇਹ ਸੋਚ ਵੀ ਨਹੀਂ ਸਕਦੇ ਜਿਹੜੇ ਅੱਜ ਆਪਣੇ ਆਪ ਨੂੰ ਇੱਥੇ ਪੰਥ ਤਹਿਸ਼ੀ ਅਕਾਲੀ ਦਲ ਦੇ ਪ੍ਰਧਾਨ ਸਮਝਦੇ ਫਿਰਦੇ ਆ। ਉਹ ਮਾਸਟਰ ਤਾਰਾ ਸਿੰਘ ਦੀ ਪੈਰ ਦੀ ਮਿੱਟੀ ਵਰਗੇ ਵੀ ਨਹੀਂ, ਮਿੱਟੀ ਵਰਗੇ ਵੀ। ਤੇ ਜੇ ਟਿੱਪਣੀ ਕਰਨੀ ਤਾਂ ਬਹੁਤ ਸੌਖੀ ਆ, ਹਰੇਕ ਬੰਦੇ 'ਤੇ ਟਿੱਪਣੀ ਕੀਤੀ ਜਾ ਸਕਦੀ ਆ। ਉਹ ਕਿਸੇ ਦੇ ਕੋਈ ਬੰਦਸ਼ ਨਹੀਂ, ਪਰ ਇਹ ਬਹੁਤ ਮਾੜੀ ਗੱਲ ਆ ਜੇ ਕੋਈ ਮਾਸਟਰ ਤਾਰਾ ਸਿੰਘ ਵਰਗੇ ਮਨੁੱਖ ਤੇ ਵੀ ਟਿੱਪਣੀਆਂ ਕਰਦਾ, ਇਹੋ ਜਿਹੀ ਸ਼ਬਦਾਵਲੀ ਵਰਤਦਾ। ਸ਼ਰਮਨਾਕ, ਉਹਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਹ ਕਿਹੋ ਜਿਹਾ ਮਨੁੱਖ ਆ ਤੇ ਉਹ ਕਿਹੋ ਜਿਹੇ ਮਨੁੱਖ ਤੇ ਟਿੱਪਣੀ ਕਰ ਰਿਹਾ ਜੀ। ਮਿੰਟੂ ਭਾਈ, ਜੇ ਆਪਾਂ ਗੱਲ ਕਰਦੇ ਹਾਂ, ਤੁਸੀਂ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਆ, ਜੇ ਆਪਾਂ ਗੱਲ ਕਰਦੇ ਹਾਂ, ਹੁਣ ਖਬਰਾਂ ਆ ਰਹੀਆਂ ਗੀਆਂ ਪੰਜਾਬ ਦੇ ਵਿੱਚ ਐਮਰਜੈਂਸੀ ਲੱਗ ਜੂਗੀ, ਰਾਸ਼ਟਰਪਤੀ ਸ਼ਾਸਨ ਹੋ ਜੂਗਾ ਪੰਜਾਬ ਦੇ ਵਿੱਚ। ਤੁਹਾਨੂੰ ਲੱਗਦਾ ਵੀ ਉੱਦਾਂ ਦੀ ਤਸਵੀਰ ਬਣਦੀ ਜਾ ਰਹੀ ਆ? ਕਿਉਂਕਿ ਜੇ ਆਪਾਂ ਸੂਬਾ ਸਰਕਾਰ ਦੀ ਗੱਲ ਕਰਦੇ ਹਾਂ, 2 ਦਿਨਾਂ ਦਾ ਚਾਹੇ ਸੈਸ਼ਨ ਜ਼ਰੂਰ ਬੁਲਾਇਆ, ਪਰ ਇੱਕ ਤਰ੍ਹਾਂ ਦੇ ਹੱਥ ਵੀ ਖੜੇ ਕਰ ਦਿੱਤੇ। ਸਾਰੀਆਂ ਰਾਜਨੀਤਿਕ ਪਾਰਟੀਆਂ ਆਪਦੀ ਰੋਟੀ ਸੇਕ ਰਹੀਆਂ, ਚਲੋ ਇਹਨਾਂ ਦਾ ਕੰਮ ਆ, ਇਹਨਾਂ ਨੇ ਵੀ ਆਪਣਾ ਕੰਮ ਕਰਨਾ ਗਾ। ਪਰ ਜਿਹੜਾ ਮੇਨ ਚੀਜ਼ ਆ, ਪੰਜਾਬ ਦਾ ਜਿਹੜਾ ਯੂਥ ਆ, ਪੰਜਾਬ ਦਾ ਜਿਹੜਾ ਕਿਰਤੀ ਆ, ਉਹ ਸੜਕਾਂ ਦੇ ਉੱਤੇ ਬੈਠਾ ਗਾ। ਕਾਰਪੋਰੇਟ ਘਰਾਣੇ ਆ ਜਿਨ੍ਹਾਂ ਦੀ ਚੱਲਦੀ ਆ, ਜਿਹੜੇ ਅਸਲ ਪਾਵਰ ਦੇ ਵਿੱਚ ਆ, ਉਹਨਾਂ ਦੇ ਕਾਰੋਬਾਰ ਰੁਕੇ ਹੋਏ ਆ। ਤੁਹਾਨੂੰ ਲੱਗਦਾ ਵੀ ਇਦਾਂ ਦੀ ਤਸਵੀਰ ਬਣਦੀ ਜਾ ਰਹੀ ਆ ਤੇ ਪੰਜਾਬ ਇੱਕ ਵਾਰੀ ਫਿਰ ਜਿੱਦਾਂ ਸੰਭਲ ਰਿਹਾ ਸੀ, ਫਿਰ ਇਹਨੂੰ ਕਿਤੇ ਨਾ ਕਿਤੇ ਫਿਰ ਲਤੜਿਆ ਜਾਊਗਾ? तुझसे पहले जो शख्स गद्दी नशीन था उसको भी खुदा होने का इतना ही यकीन था। ਇਹ ਜਿਹੜੇ ਦੇਸ਼ ਦੇ ਹੁਕਮਰਾਨ ਬਣੇ ਆ, ਜਿਹੜੇ ਇਹ ਸਮਝਦੇ ਕਿ ਦੇਸ਼ ਸਾਡੇ ਇਸ਼ਾਰੇ ਦੇ ਨਾਲ ਚੱਲਦਾ ਹੈ, ਉਹ ਇਹ ਭੁੱਲਦੇ ਆ ਕਿ ਇੱਥੇ ਬਹੁਤ ਵੱਡੇ ਵੱਡੇ ਇਹੋ ਜਿਹੇ ਸ਼ਾਸਕ ਆ ਕੇ ਚਲੇ ਗਏ, ਇਸ ਦੇਸ਼ ਨੂੰ ਚਲਾਉਣ ਵਾਲੇ ਚਲੇ ਗਏ ਕਿ ਜਿਹੜੇ ਮਿੱਟੀ ਵਿੱਚ ਮਿੱਟੀ ਹੋ ਗਏ। ਤੁਸੀਂ ਗੱਲ ਵੀ ਬਾਬੇ ਫਰੀਦ ਦੇ ਸ਼ਲੋਕ ਤੋਂ ਸ਼ੁਰੂ ਕੀਤੀ ਸੀ, ਤੇ ਬਾਬਾ ਬੁੱਲੇ ਸ਼ਾਹ ਵੀ ਇਹੀ ਗੱਲ ਆਖਦਾ ਕਿ ਮਾਟੀ ਘੋੜਾ ਮਾਟੀ ਜੋੜਾ, माटी का असवार माटी माटी को दड़ाए, माटी का खड़काल बोलिया जिस माटी पर ज़्यादा माटी उस माटी को हंकार, माटी कदम करेंदी यार। ਜਿਹਦੇ ਉੱਤੇ ਜ਼ਿਆਦਾ ਮਿੱਟੀ ਹੁੰਦੀ ਹੈ, ਹੰਕਾਰ ਕਰਦਾ ਕਿ ਮੇਰੇ ਵਰਗਾ ਕੋਈ ਰਾਜਾ ਨਹੀਂ, ਕੋਈ ਬਾਦਸ਼ਾਹ ਨਹੀਂ। ਅੱਜ ਮੈਂ ਮਹਿਸੂਸ ਕਰਦਾ ਕਿ ਇਹੋ ਜਿਹਾ ਪ੍ਰਬੰਧ ਹੀ ਨਰਿੰਦਰ ਮੋਦੀ ਜਿਹੜਾ ਕਰ ਰਿਹਾ ਕਿ ਉਹ ਹਰੇਕ ਤਰ੍ਹਾਂ ਦਾ ਕੰਮ ਕਰ ਸਕਦਾ। ਉਹ ਤੋਂ ਇਹ ਆਸ ਰੱਖੀ ਹੋਰ ਚੰਗੀ ਜਾ ਨਹੀਂ ਸਕਦੀ। ਉਹ ਸਾਰਾ ਕੁਝ ਹੀ ਕਰ ਸਕਦਾ, ਪੰਜਾਬ ਦੀ ਹਾਲਤ ਵੀ ਉਹ ਵਿਗਾੜ ਸਕਦੇ, ਕਿਉਂਕਿ ਉਹਨਾਂ ਦੇ ਹੱਥ ਸਾਰੀਆਂ ਸ਼ਕਤੀਆਂ, ਸਾਰੀਆਂ ਤਰ੍ਹਾਂ ਦੀਆਂ ਸ਼ਕਤੀਆਂ ਉਹਨਾਂ ਦੇ ਹੱਥ ਵਿੱਚ ਹੈ। ਉਹ ਹਰੇਕ ਤਰ੍ਹਾਂ ਦਾ ਹੱਥ ਕੰਡਾ ਵਰਤੂਗਾ। ਪੰਜਾਬ ਨੂੰ ਜਾਣ ਬੁੱਝ ਕੇ ਉਹ ਇਸ ਗੱਲ ਵਾਲੇ ਪਾਸੇ ਨੂੰ ਲਿਆ ਰਹੇ ਆ, ਕਿਉਂਕਿ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਉਹ ਦੇਸ਼ ਭਗਤ ਹੈ। ਜਿਨ੍ਹਾਂ ਨੇ ਸਿਰ ਕਟਾਲੇ ਉਹ ਅੱਤਵਾਦੀ ਕਿਵੇਂ ਹੋ ਸਕਦੇ ਆ? ਜਿਨ੍ਹਾਂ ਨੇ ਆਪਣੇ ਘਰ ਜਾੜ ਲਏ ਉਹ ਅੱਤਵਾਦੀ ਕਿਵੇਂ ਹੋ ਸਕਦੇ ਆ? ਉਹ ਕਿਵੇਂ ਅੱਤਵਾਦੀ ਹੋ ਸਕਦੇ ਆ? ਪਰ ਇਹ ਜਾਣ ਬੁੱਝ ਕੇ ਜਿਹੜੇ ਦੇਸ਼ ਭਗਤ ਆ, ਇਸ ਦੇਸ਼ ਨੂੰ ਬਚਾਉਣ ਵਾਲੇ ਆ, ਦੇਸ਼ ਦੀ ਸੱਭਿਅਤਾ ਨੂੰ ਬਚਾਉਣ ਵਾਲੇ ਆ, ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਲੇ ਲੋਕ ਆ, ਜਿਨ੍ਹਾਂ ਨੇ ਦੇਸ਼ ਨੂੰ ਦੇਸ਼ ਬਣਾਉਣ ਦੀ ਖਾਤਰ ਖੂਨ ਡੋਲਿਆ, ਉਹਨਾਂ ਬੰਦਿਆਂ ਨੂੰ ਅੱਤਵਾਦੀ ਕਹਿ ਕੇ ਇਹ ਉਸ ਪਾਸੇ ਨੂੰ ਲਿਆ ਰਹੇ ਆ ਜਿਸ ਪਾਸੇ ਨੂੰ ਇਹ ਲਿਜਾਣਾ ਚਾਹੁੰਦੇ ਆ। ਇਹ ਸਾਰਾ ਕੁਝ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਬਣਾਏ ਜਾ ਰਹੇ ਆ। ਇਹ ਜਾਣ ਬੁੱਝ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਕਿਸਾਨਾਂ ਵੱਲੋਂ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਆ, ਧਰਨੇ ਲੱਗ ਰਹੇ ਆ,
ਉਹਨੂੰ ਵੀ ਇਹ ਖੰਡਾਉਣ ਦੀ ਖਾਤਰ ਹਰੇਕ ਤਰ੍ਹਾਂ ਦਾ ਹੱਥ ਕੰਡਾ ਅਪਣਾ ਸਕਦੇ ਆ। ਸਰਕਾਰਾਂ ਉੱਥੋਂ ਤੱਕ ਜਾ ਸਕਦੀਆਂ ਜਿੱਥੋਂ ਤੱਕ ਅਸੀਂ ਸੋਚ ਵੀ ਨਹੀਂ ਸਕਦੇ। ਇਹ ਇਹਨਾਂ ਤੋਂ ਬਿਲਕੁਲ ਤੁਹਾਡੀ ਦਰੁਸਤ ਗੱਲ ਆ। ਇਹ ਹਾਲਾਤ ਵਿਗਾੜ ਸਕਦੇ ਆ, ਪਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੋਂ ਜਾਣੂ ਰਹਿਣਾ ਚਾਹੀਦਾ। ਇਸ ਗੱਲ ਨੂੰ ਆਪਣੇ ਅੰਦਰ ਬਿਠਾ ਲੈਣਾ ਚਾਹੀਦਾ ਕਿ ਸਰਕਾਰਾਂ ਸਾਡੇ ਸੰਘਰਸ਼ ਨੂੰ ਖਰਾਬ ਕਰਨ ਦੀ ਖਾਤਰ, ਸਾਡਾ ਧਿਆਨ ਭਟਕਾਉਣ ਦੀ ਖਾਤਰ ਹਰੇਕ ਤਰ੍ਹਾਂ ਦਾ ਕੁਛ ਇਹ ਪੰਜਾਬ ਦੇ ਵਿੱਚ ਕਰ ਸਕਦੇ ਆ। ਇਸ ਕਰਕੇ ਸੁਚੇਤ ਰਹਿਣਾ ਚਾਹੀਦਾ। ਮਿੰਟੂ ਬਾਈ, ਜੇ ਆਪਾਂ ਗੱਲ ਕਰਦੇ ਹਾਂ, ਤੁਸੀਂ ਕਿਤਾਬਾਂ ਬੜੀਆਂ ਪੜ੍ਹਦੇ ਹੋ, ਪੜ੍ਹਨੀਆਂ ਵੀ ਚਾਹੀਦੀਆਂ ਗੀਆਂ। ਜੇ ਨੌਜਵਾਨੀ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਨਸ਼ਾਵਾਦ ਤੇ ਉਸ ਤੋਂ ਵੱਡੀ ਜਿਹੜੀ ਪੰਜਾਬ ਨੂੰ ਇੱਕ ਬਿਮਾਰੀ ਲਾਤੀ ਪ੍ਰਵਾਸ ਦੀ। ਬਾਹਰ ਜਾ ਰਿਹਾ ਨੌਜਵਾਨ, ਮਜਬੂਰੀ ਆ, ਪੇਟ ਪਾਲਣਾ ਗਾ ਪਰਿਵਾਰ ਦਾ, ਮਾਂ ਪਿਓ ਦੀ ਸੇਵਾ ਕਰਨੀ ਆ। ਇੱਥੇ ਕੁਝ ਦਿਸਦਾ ਨਹੀਂ, ਉੱਥੇ 4 ਪੈਸੇ ਕਮਾਈ ਹੁੰਦੀ ਆ, ਵਧੀਆ ਮਿਹਨਤੀ ਆ ਪੰਜਾਬੀ ਪਹਿਲੇ ਦਿਨ ਤੋਂ, ਉੱਥੇ ਵੀ ਬੜਾ ਵੱਡਾ ਨਾਮ ਚਮਕਾ ਰਹੇ ਆ ਪੰਜਾਬੀ। ਤੁਹਾਨੂੰ ਲੱਗਦਾ ਗਾ ਵੀ ਯੂਥ ਕਿਤੇ ਨਾ ਕਿਤੇ ਕਿਤਾਬਾਂ ਨਾਲੋਂ ਵੀ ਟੁੱਟਿਆ ਗਾ, ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਗੀਆਂ? ਇਸ ਚੀਜ਼ ਤੇ ਤੁਹਾਡਾ ਕੀ ਕਮੈਂਟ ਹੋਵੇ? ਬਿਲਕੁਲ ਜੀ, ਜੇ ਸਿੱਖਿਅਤ ਹੋਵਾਂਗੇ, ਪੜ੍ਹੇ ਲਿਖੇ ਹੋਵਾਂਗੇ ਤਾਂ ਫੇਰ ਹੀ ਅਸੀਂ ਕੋਈ ਬਦਲਾਅ, ਕੋਈ ਇਨਕਲਾਬ ਲਿਆ ਸਕਦੇ ਹਾਂ। ਸਾਨੂੰ ਪੜ੍ਹਨਾ ਬਹੁਤ ਜ਼ਰੂਰੀ ਆ ਜੀ, ਤੇ ਇਹ ਬਹੁਤ ਹੀ ਲਾਜ਼ਮੀ ਆ ਸਾਡੇ ਲਈ, ਕਿਉਂਕਿ ਜੇ ਅਸੀਂ ਪੜ੍ਹਾਂਗੇ ਫੇਰ ਹੀ ਅਸੀਂ ਦੇਸ਼ ਦੇ ਵਿੱਚ ਇਨਕਲਾਬ, ਆਪਣੇ ਹੱਕਾਂ ਬਾਰੇ ਜਾਗਰਤ ਹੋ ਸਕਦੇ ਹਾਂ। ਔਰ ਪੜ੍ਹੇ ਲਿਖੇ ਮਨੁੱਖ ਹਮੇਸ਼ਾ ਚੰਗਾ ਸਮਾਜ ਸਿਰਜਦੇ ਆ। ਇਸ ਲਈ ਚੰਗਾ ਸਮਾਜ ਸਿਰਜਣ ਲਈ ਸਾਨੂੰ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ ਜੀ। ਮਿੰਟੂ ਬਈ, ਆਉਣ ਵਾਲਾ ਭਵਿੱਖ ਤੁਹਾਨੂੰ ਕਿੱਦਾਂ ਦਾ ਲੱਗਦਾ ਗਾ? ਜੇ ਪੰਜਾਬ ਦੇ ਵਿੱਚ ਰੱਬ ਨਾ ਕਰੇ, ਜੇ ਐਮਰਜੈਂਸੀ ਲੱਗਦੀ ਆ, ਕੋਈ ਮਾੜੇ ਹਾਲਾਤ ਬਣਦੇ ਆ ਪੰਜਾਬ ਦੇ ਵਿੱਚ, ਤੁਹਾਨੂੰ ਕਿੱਦਾਂ ਦਾ ਲੱਗਦਾ ਗਾ ਵੀ ਕਿਹੋ ਜਿਹੀ ਤਸਵੀਰ ਬਣੂਗੀ ਪੰਜਾਬ ਦੀ, ਜਾਂ ਆਉਣ ਵਾਲੇ ਭਵਿੱਖ ਦੇ ਵਿੱਚ ਕੀ ਪੰਜਾਬ ਨੂੰ, ਫਿਰ ਮੇਰਾ ਉਹੀ ਉੱਥੀ ਗੱਲ ਆਉਂਦੀ ਹੈ ਵੀ ਪੰਜਾਬ ਨੂੰ ਜਾਂ ਇਸ ਦੇ ਲਈ ਕਰਨਾ ਕੀ ਚਾਹੀਦਾ? ਜੇ ਜਥੇਬੰਦੀਆਂ ਦੀ ਆਪਾਂ ਗੱਲ ਕਰਦੇ ਹਾਂ ਜਾਂ ਨੌਜਵਾਨਾਂ ਦੀ ਗੱਲ ਕਰਦੇ ਹਾਂ, ਅਸਲ ਵਿੱਚ ਪੰਜਾਬ ਤਾਂ ਇਹਨਾਂ ਸੰਘਰਸ਼ਾਂ ਵਿੱਚੋਂ ਹੀ ਪੈਦਾ ਹੋਇਆ। ਇਹ ਕੋਈ ਸਾਡੇ ਲਈ ਕੋਈ ਨਵੀਂ ਗੱਲ ਨਹੀਂ, ਕੋਈ ਨਵੀਂ ਖੇਡ ਨਹੀਂ ਕਿ ਜੇ ਇੱਥੇ ਕੋਈ ਸਾਨੂੰ ਆਖੇ ਕਿ ਇੱਥੇ ਆਹ ਹੋ ਸਕਦਾ ਜੀ। ਇੱਥੇ ਜਿਹੜੇ ਸਿਰ ਦੇਣ ਜਾਣਦੇ ਹੋਣ, ਜਿਨ੍ਹਾਂ ਦਾ ਜਨਮ ਹੀ ਇਸ ਸਕੂਲ ਵਿੱਚ ਹੋਵੇ ਜਿੱਥੇ ਸਿਰ ਦੀ ਫੀਸ ਲੱਗਦੀ ਹੋਵੇ, ਉਹਨਾਂ ਬੰਦਿਆਂ ਨੂੰ ਜੇ ਪੁੱਛੋ ਕਿ ਮੌਤ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ, ਜਿੱਥੇ ਮੌਤ ਦੇ ਬਾਰੇ ਸਾਨੂੰ ਚਾਹ ਹੋਵੇ, ਉੱਥੇ ਮੈਂ ਸਮਝਦਾ ਕਿ ਇਹੋ ਜਿਹੀ ਹਾਲਾਤਾਂ ਦੀ ਕੋਈ ਪ੍ਰਵਾਹ ਨਹੀਂ। ਪਰ ਅਸੀਂ ਪ੍ਰਵਾਹ ਇਸ ਗੱਲ ਦੀ ਕਰਦੇ ਹਾਂ ਕਿ ਜਿਸ ਨਾਲ ਸਾਡਾ ਔਰ ਸਾਡੀਆਂ ਨਸਲਾਂ ਦਾ ਨੁਕਸਾਨ ਹੁੰਦਾ ਹੈ। ਸਾਨੂੰ ਕਿਸੇ ਗੱਲ ਦਾ ਡਰ ਨਹੀਂ, ਸਾਨੂੰ ਉਸ ਗੱਲ ਬਾਰੇ ਸੋਚ ਰਹੇ ਹਾਂ ਕਿ ਪੰਜਾਬ ਨੇ ਇੰਨਾ ਸੰਤਾਪ ਹੰਢਾਇਆ, ਉਹਨਾਂ ਪੀੜਾਂ ਵਿੱਚੋਂ ਜਿਵੇਂ ਪੱਥਰ ਦਾ ਸੀਨਾ ਪਾੜ ਕੇ ਕੋਈ ਪੌਦਾ ਪੈਦਾ ਹੁੰਦਾ, ਉਵੇਂ ਪੰਜਾਬ ਪੱਥਰ ਦਾ ਸੀਨਾ ਪਾੜ ਕੇ ਪੈਦਾ ਹੋਇਆ, ਆਪਣੇ ਪੈਰਾਂ ਸਾਰ ਪੰਜਾਬ ਖੜਾ ਹੋਇਆ। ਔਰ ਸਾਡੀਆਂ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ, ਉਹ ਹਮੇਸ਼ਾ ਪੰਜਾਬ ਦੇ ਨਾਲ ਵਿਤਕਰਾ ਕਰਦੀਆਂ ਰਹੀਆਂ। ਔਰ ਸੈਂਟਰ ਦੀ ਸਰਕਾਰ, ਉਹ ਕਾਂਗਰਸ ਦੀ ਹੋਵੇ, ਉਹ ਬੀਜੇਪੀ ਦੀ ਹੋਵੇ, ਉਹ ਕਿਸੇ ਦੀ ਹੋਵੇ, ਪਰ ਉਹ ਪੰਜਾਬ ਦੇ ਨਾਲ ਗਹਿਰੀ ਅੱਖ ਨਾਲ ਝਾਕਦੇ ਆ, ਕਿਉਂਕਿ ਪੰਜਾਬ ਨੂੰ ਨਫ਼ਰਤ ਕਰਦੇ ਆ। ਇਸ ਕਰਕੇ ਕਰਦੇ ਕਿਉਂਕਿ ਪੰਜਾਬ ਦੇ ਬਹਾਦਰ ਲੋਕ ਹੈ, ਕਿਉਂਕਿ ਇਹ ਕਿਸੇ ਦੀ ਈਣ ਨਹੀਂ ਮੰਨਦੇ, ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਂਦੇ, ਕਿਸੇ ਦੇ ਅੱਗੇ ਝੋਲੀ ਨਹੀਂ ਅੜਦੇ। ਇਹ ਆਪਣੀ ਗੈਰਤਮੰਦੀ ਨਾਲ ਜਿਉਂਦੇ ਆ। ਇਹ 2 ਪੈਰ ਘੱਟ ਦਾ ਤੁਰਦੇ ਆ, ਪਰ ਤੁਰਦੇ ਅਣਖ ਦੇ ਔਰ ਮੜਕ ਦੇ ਨਾਲ ਹੈ। ਇਹਨਾਂ ਮੜਕੀ ਲੋਕਾਂ ਨੂੰ, ਅਣਖੀ ਲੋਕਾਂ ਨੂੰ ਉਹ ਚਾਹੁੰਦੇ ਆ ਕਿ ਅਸੀਂ ਗੁਲਾਮ ਕਰਗੇ। ਇੱਥੋਂ ਦੀ ਹਰੇਕ ਤਰ੍ਹਾਂ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਸਾਡੇ ਇੱਥੇ ਗੋਲੀਆਂ ਨਾਲ ਵੀ ਦੇਖਿਆ ਵੀ ਇਹਨਾਂ ਤੇ ਗੋਲੀਆਂ ਚਲਾਓ, ਸ਼ਾਇਦ ਇਹ ਨਿਮ ਜਾਣ, ਇਹ ਮੁੱਕ ਜਾਣ, ਪਰ ਇਸ ਤਰ੍ਹਾਂ ਨਹੀਂ ਹੋਇਆ। ਫਿਰ ਉਹਨਾਂ ਨੇ ਨਸ਼ੇ ਵਾਲੀ ਲਹਿਰ ਚਲਾਈ ਵੀ ਇਹ ਪੰਜਾਬ ਨੂੰ ਨਸ਼ਈ ਕਿਵੇਂ ਬਣਾਇਆ ਜਾਵੇ। ਇਸ ਤਰ੍ਹਾਂ ਦੀਆਂ ਲਹਿਰਾਂ ਚਲਾਉਂਦੇ ਆ, ਪਰ ਪੰਜਾਬ ਦੇ ਲੋਕ ਹਰੇਕ ਉਹਨਾਂ ਦੀਆਂ ਇਹਨਾਂ ਮਨਸ਼ਾ ਨੂੰ ਸਮਝ ਕੇ ਉਹਨਾਂ ਹਾਲਾਤਾਂ ਵਿੱਚੋਂ ਨਿਕਲ ਜਾਂਦੇ ਆ। ਤੇ ਮੈਨੂੰ ਪੂਰਨ ਭਰੋਸਾ ਹੈ, ਕਿਉਂਕਿ ਪੰਜਾਬ ਮਨਮੋਹਨ ਸਿੰਘ ਦੇ ਕਹਿਣ ਵਾਂਗੂ ਗੁਰਾਂ ਦੇ ਨਾਂ ਤੇ ਵੱਸਦਾ। ਜਿਹੜਾ ਵੱਸਦਾ ਗੁਰਾਂ ਦੇ ਨਾਂ ਤੇ ਹੋਵੇ, ਜਿਨ੍ਹਾਂ ਲੋਕਾਂ ਤੇ ਗੁਰੂ ਦੀ ਕਿਰਪਾ ਹੋਵੇ, ਉਹਨਾਂ ਨੂੰ ਮੈਂ ਸਮਝਦਾ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੋ ਸਕਦਾ। ਉਹਨਾਂ ਨੂੰ ਕੋਈ ਮਕੋ ਨਹੀਂ ਸਕਦਾ, ਕੋਈ ਖਤਮ ਨਹੀਂ ਕਰ ਸਕਦਾ। ਮੈਨੂੰ ਇਹੀ ਆਸ ਆ ਕਿ ਪਰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਉਹਨਾਂ ਦੀਆਂ ਚਾਲਾਂ ਤੋਂ, ਕਿਉਂਕਿ ਹਰੇਕ ਤਰ੍ਹਾਂ ਦੀਆਂ ਚਾਲਾਂ ਉਹ ਚੱਲਣਗੇ। ਇਹੋ ਜਿਹੀਆਂ ਲੂੰਬੜ ਚਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਜਾਗਰਤ ਰਹਿਣਾ ਚਾਹੀਦਾ, ਤਾਂ ਜੋ ਅਸੀਂ ਆਪਣੇ ਹੱਕਾਂ ਲਈ ਜਿਹੜੀ ਲੜਾਈ ਲੜ ਰਹੇ ਹਾਂ ਉਹਨੂੰ ਜਿੱਤ ਸਕੀਏ। ਮਿੰਟੂ ਬਾਈ, ਅੱਜ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਤੇ ਮੈਂ ਇਹ
ਵਾਅਦਾ ਵੀ ਤੁਹਾਤੋਂ ਜ਼ਰੂਰ ਲਵਾਂਗਾ ਵੀ ਫੇਰ ਆਪਾਂ ਕਿਸੇ ਦਿਨ ਜ਼ਰੂਰ ਮਿਲਾਂਗੇ ਤੇ ਤੁਹਾਡੇ ਸਾਰੇ ਪਿੰਡ ਦੀ ਕਵਰੇਜ ਕਰਾਂਗੇ। ਜੋ ਤੁਸੀਂ ਪਿੰਡ ਦੇ ਵਿੱਚ ਚੰਗੇ ਕੰਮ ਕੀਤੇ ਆ, ਮੈਂ ਜਿਵੇਂ ਪਹਿਲਾਂ ਕਿਹਾ ਸੀ, ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ ਉਹ ਮਿੰਟੂ ਬਾਈ ਨੇ ਕੀਤੇ ਆ। ਮਿੰਟੂ ਬਾਈ ਤੁਹਾਡਾ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਜੀ। ਔਰ ਮੈਂ ਇਹੀ ਆਖੂੰਗਾ ਸਾਰੇ ਕਿਸਾਨਾਂ ਨੂੰ ਔਰ ਪੰਜਾਬੀਆਂ ਨੂੰ ਜਿਹੜੇ ਕਿਸਾਨੀ ਨਾਲ ਸਿੱਧੇ ਤੌਰ ਤੇ ਔਰ ਅਸਿੱਧੇ ਤੌਰ ਤੇ ਜੁੜੇ ਹੋਏ ਆ ਜੀ। ਮੀਰ ਅਹਿਮਦ ਮੀਰ ਦਾ ਇੱਕ ਸ਼ੇਅਰ ਆ ਕਿ ਮੈਂ ਹਾਰ ਦੇ ਮੂੰਹ ਤੇ ਵੀ ਅਸਾਰ ਜਿੱਤ ਦੇ ਵੇਣਾ ਹੈ। ਸਿਕੰਦਰ ਵੇਖਦਾ ਸੀ ਸ਼ੀਸ਼ਾ, ਮੈਂ ਤਲਵਾਰ ਵੇਣਾ ਹੈ। ਬਲੇ ਪਾ ਕੇ ਮੇਰੇ ਸਿੱਧਿਓਂ ਮੇਰੇ ਸਾਹਮਣਿਓਂ, ਬਲੇ ਪਾ ਕੇ ਮੇਰੇ ਸਿੱਧਿਓਂ ਨਿਕਲ ਤੂਫਾਨ ਜਾਂਦੇ ਐ। ਮੇਰੇ ਸਾਹਮਣੇ ਆ ਬਣ ਪਹਾੜ ਵੀ ਮੈਦਾਨ ਜਾਂਦੇ ਐ। ਫਕੀਰ ਹੋ ਕੇ ਮੈਂ ਬੈਠਦਾ ਸੁਲਤਾਨਾਂ ਦੇ ਤਖਤਾਂ ਤੇ, ਫਕੀਰ ਹੋ ਕੇ ਮੈਂ ਬੈਠਦਾ ਸੁਲਤਾਨਾਂ ਦੇ ਤਖਤਾਂ ਤੇ। ਬਦਲ ਨਹੀਂ ਪਈ ਤਕਦੀਰ, ਮੈਂ ਬਦਲ ਤਕਦੀਰ ਜਾਨਾ ਹੈ। ਬਣਨਾ ਪਵੇ ਸ਼ਮਸ਼ੀਰ, ਬਣ ਸ਼ਮਸ਼ੀਰ ਜਾਨਾ ਮੈਂ। ਪਲ ਦੀ ਜ਼ਿੰਦਗੀ ਹੈ ਬੁਲਬੁਲੇ ਦੀ, ਪਲ ਦੀ ਇੱਕ ਪਲ ਦੀ ਜ਼ਿੰਦਗੀ ਹੈ ਬੁਲਬੁਲੇ ਦੀ ਪਾਣੀ ਦੀ ਹਿੱਕ ਉੱਤੇ, ਪਰ ਜਿਉਂਦਾ ਉਹ ਦਰਿਆ ਦੀ ਚੋਟੀ ਉੱਤੇ ਆ। ਇਸ ਤਰ੍ਹਾਂ ਜਿਉਂ ਕਦੇ ਹਾਰ ਨਾ ਮੰਨੋ। ਜਿਹੜੇ ਹਾਰ ਮੰਨਦੇ ਆ ਹੋਰ ਹੁੰਦੇ ਆ। ਅਸੀਂ ਲੜਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ, ਅਸੀਂ ਆਪਣੇ ਹੱਕਾਂ ਲਈ ਇਨਸਾਫ ਲਈ ਲੜਾਂਗੇ। ਲੜਦੇ ਰਹੋ। ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ। ਤਹਿ ਦਿਲੋਂ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਇਹ ਸੀ ਬਾਈ ਮਿੰਟੂ ਸਰਪੰਚ, ਜਿਨ੍ਹਾਂ ਨੇ ਦੱਸਿਆ ਵੀ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ, ਲੜਦੇ ਰਹਿਣਾ ਚਾਹੀਦਾ ਗਾ। ਅੱਗੇ ਵੀ ਅਸੀਂ ਇਸ ਖਬਰ ਦੇ ਨਾਲ, ਕਿਸਾਨੀ ਮੁੱਦੇ ਦੇ ਨਾਲ ਤੁਹਾਡੇ ਸਨਮੁਖ ਇੱਦਾਂ ਦੀਆਂ ਸ਼ਖਸੀਅਤਾਂ ਦੀਆਂ ਮੁਲਾਕਾਤਾਂ ਲੈ ਕੇ ਆਉਂਦੇ ਰਹਾਂਗੇ, ਤਾਂ ਜੋ ਅੱਜ ਦੇ ਨੌਜਵਾਨਾਂ ਦੇ ਵਿੱਚ ਉਹ ਜੋਸ਼ ਭਰਿਆ ਰਹੇ। ਪੰਜਾਬ ਦੀ ਧਰਤੀ ਚਾਹੇ ਹਮੇਸ਼ਾ ਖੂਨ ਦੀ ਪਿਆਸੀ ਰਹੀ ਆ, ਪਰ ਪੰਜਾਬੀ ਤਿਆਰ ਨੇ ਖੂਨ ਡੋਲਣ ਦੇ ਲਈ। ਪੰਜਾਬੀ ਤਿਆਰ ਨੇ ਆਪਣੇ ਹੱਕ ਮੰਗਣ ਦੇ ਲਈ, ਹੱਕ ਲੈਣ ਦੇ ਲਈ ਵੀ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।